ਤੁਸੀਂ ਪ੍ਰਾਈਵੇਟਾਈਜੇਸ਼ਨ ਬਾਰੇ ਕੀ ਆਖਣਾ ਚਾਹੋਗੇ? ਕਿੰਨਾ ਕੁ ਇਹ ਸਹੀ ਹੈ, ਕਿੰਨਾ ਕੁ ਇਹ ਗਲਤ ਹੈ? ਕਿ ਸਰਕਾਰਾਂ ਨੂੰ ਇਹ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਇਸ ਤੇ ਕੀ ਰਾਏ ਰੱਖਦੇ ਹੋ? मतलब कुछ भी समझ लो तुसी कैश जमा कराना कुछ जमा कराना इन्ना तंग करते हैं। अज आ जाओ, कल आ जाओ, घंटे बाद आओ, 2 घंटे बाद आ जाओ, ये मेरे को प्रूफ भी नहीं। ਕਿਉਂ ਸਰਕਾਰੀ ਕਰਮਚਾਰੀਆਂ ਨੂੰ ਲੱਗਦਾ ਵੀ ਪ੍ਰਾਈਵੇਟ ਜੇ ਕਰ ਦਿੱਤੇ ਜਾਣਗੇ ਤਾਂ ਉਹਨਾਂ ਦੀਆਂ ਨੌਕਰੀਆਂ ਤੇ ਖਤਰਾ ਬਣ ਜਾਏਗਾ? ਕੀ ਐਦਾਂ ਦੀ ਵੀ ਕੋਈ ਗੱਲ? करोड़ों रुपये प्रॉफिट, 1000 करोड़ रुपये प्रॉफिट ਦੇ ਵਿੱਚ डिपार्टमेंट कोई नुकसान ਤਾਂ है नहीं। पर गवर्नमेंट प्राइवेटाइजेशन क्यों कर रही है, ये सोचने वाली गल है। ਸੁਭਾਸ਼ ਜੀ, ਅਗਰ ਗੱਲ ਚੰਡੀਗੜ੍ਹ ਸ਼ਹਿਰ ਦੀ ਕੀਤੀ ਜਾਵੇ, ਠੀਕ ਹੈ, ਇਸ ਵਿੱਚ ਕਿਤੇ ਨਾ ਕਿਤੇ ਬਿਜਲੀ ਮੁਲਾਜ਼ਮਾਂ ਦੀ ਵੀ ਗਲਤੀ ਸੀ, ਪ੍ਰਸ਼ਾਸਨ ਦੀ ਵੀ ਗਲਤੀ ਸੀ, ਲੇਕਿਨ ਇੱਕ ਬੜਾ ਅਹਿਮ ਮੁੱਦਾ ਚੰਡੀਗੜ੍ਹ ਵਰਗੇ ਸ਼ਹਿਰ ਦਾ ਹੈਗਾ, ਜਿਹੜਾ ਕਹਿ ਲਈਏ ਵੀ ਚੰਡੀਗੜ੍ਹ ਦੀ ਖੂਬਸੂਰਤੀ ਦੇ ਵਿੱਚ ਇੱਕ ਦਾਗ ਦੀ ਤਰ੍ਹਾਂ ਹੁਣ ਬਣ ਚੁੱਕਿਆ। ਗੱਲ ਕਰ ਰਹੇ ਹਾਂ ਆਪਾਂ ਡੰਪਿੰਗ ਗਰਾਊਂਡ ਦੀ। ਠੀਕ ਹੈ ਜੀ। ਉਸ ਡੰਪਿੰਗ ਗਰਾਊਂਡ ਦਾ ਨਿਪਟਾਰਾ ਕਰਨ ਦੇ ਲਈ ਪ੍ਰਾਈਵੇਟ ਕੰਪਨੀ ਨੂੰ ਵੀ ਲਿਆਂਦਾ ਗਿਆ, ਲੇਕਿਨ ਅੱਜ ਉਹ ਕੂੜੇ ਦਾ ਪਹਾੜ ਉੱਥੇ ਦਾ ਉੱਥੇ ਹੀ ਖੜਿਆ ਹੈ। ਉਹਨਾਂ ਦਾ ਮੰਨਣਾ ਇਹ ਵੀ ਹੈ ਕਿ ਪ੍ਰਸ਼ਾਸਨ ਅਤੇ ਪ੍ਰਾਈਵੇਟ ਕੰਪਨੀਆਂ ਕਈ ਵਾਰ ਮਿਲੀ ਭੁਗਤ ਦੇ ਚੱਲਦੇ ਵੀ ਜਿਹੜਾ ਹੈਗਾ ਉਹ ਕੰਮ ਕਰਦੀਆਂ ਨੇ, ਅਤੇ ਜਿਸ ਦਾ ਨੁਕਸਾਨ ਜਿਹੜਾ ਹੈਗਾ ਉਹ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ। ਜੀ ਨਮਸਤੇ, ਸਤਿ ਸ੍ਰੀ ਅਕਾਲ। ਟੀਵੀ ਪੰਜਾਬ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ ਖਾਸ ਪ੍ਰੋਗਰਾਮ ਸੰਵਾਦ ਦੇ ਵਿੱਚ। ਦੋਸਤੋ, ਸੰਵਾਦ ਦੇ ਤਹਿਤ ਅਸੀਂ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਮਿਲਦੇ ਹੋਏ ਕਈ ਜਿਹੜੇ ਭਖੇ ਹੋਏ ਮੁੱਦੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਦੇ ਹਾਂ, ਜਿਸ ਵਿੱਚ ਮੌਜੂਦ ਮਹਿਮਾਨ ਜਿਹੜੇ ਨੇ ਆਪਣੀ ਰਾਏ ਰੱਖਦੇ ਹੋਏ ਆਪਣੇ ਸੰਵਾਦ ਦੇ ਤਹਿਤ ਜਿਹੜਾ ਹੈਗਾ ਇਹਨਾਂ ਮੁੱਦਿਆਂ ਤੇ ਰੌਸ਼ਨੀ ਪਾਉਂਦੇ ਨੇ। ਇਸੇ ਦੇ ਚੱਲਦੇ ਅੱਜ ਸਾਡੇ ਨਾਲ ਮੌਜੂਦ ਨੇ ਇੱਕ ਵਪਾਰੀ ਅਤੇ ਸਮਾਜ ਸੇਵਕ ਸੁਭਾਸ਼ ਗਰਗ ਜੀ। ਸੁਭਾਸ਼ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਟੀਵੀ ਪੰਜਾਬ ਤੇ। ਸੁਭਾਸ਼ ਜੀ, ਅਗਰ ਆਪਾਂ ਗੱਲ ਕਰੀਏ ਸਭ ਤੋਂ ਭਖਦੇ ਮੁੱਦੇ ਦੀ, ਉਹ ਅੱਜ ਦੀ ਤਰੀਕ ਦੇ ਵਿੱਚ ਹੈਗਾ ਪ੍ਰਾਈਵੇਟਾਈਜੇਸ਼ਨ, ਨਿੱਜੀਕਰਨ, ਜਿਹੜਾ ਕਿ ਸਰਕਾਰ ਵੱਲੋਂ ਕਈ ਵਿਭਾਗਾਂ ਦਾ ਨਿੱਜੀਕਰਨ ਕੀਤੀ ਜਾਣ ਦੀ ਕਵਾਇਦ ਕੀਤੀ ਜਾ ਰਹੀ ਹੈ। ठीक है, तो उसे प्राइवेटाइजेशन का फायदा भी है, नुकसान भी है। नुकसान घट है, फायदा ज्यादा है, क्योंकि जेडे भी आजकल नेशनलाइज कोई भी चीज़ है गवर्नमेंट के अंडर सा, कोई बंदा भी काम करना नहीं चाहता। जो काम करना चाहता इन्ना लॉन्ग रन कर देना, खिंच देना काम नूं, कि हुंदा ही नहीं। जिदा बैंक है, कोई भी बैंक है, प्राइवेट बैंक है, कुछ भी है जी, वो बहुत फर्क है दोनों दे विच। फर्क इस करके कि ਅਸੀਂ ਆਲਰੇਡੀ ਬੈਂਕ ਦੇ ਵਿੱਚ ਰਹੇ ਹਾਂ, ਨੈਸ਼ਨਲਾਈਜ਼ ਬੈਂਕ ਦੇ ਵਿੱਚ ਵੀ 21 ਸਾਲ ਮੇਰਾ ਅਕਾਊਂਟ ਰਿਹਾ ਉਹਦੇ ਜੀ, 20-21 ਸਾਲ ਐਜ਼ ਅ ਵਪਾਰੀ ਫਰਮ, ਮਤਲਬ ਫਰਮ ਦਾ ਅਕਾਊਂਟ ਰਿਹਾ ਜੀ। ਤਾਂ ਉਹਨਾਂ ਨੇ ਬਹੁਤ ਤੰਗ ਕੀਤਾ, ਬੈਨੀਫਿਟ ਵੀ ਤੰਗ ਬਹੁਤ ਜ਼ਿਆਦਾ ਕੀਤਾ। ਫਿਰ ਬੇਟੇ ਨੇ ਆ ਕੇ ਕੀ ਕਿਹਾ ਕਿ ਉਹਨੇ ਕਿਹਾ ਜੀ ਤੁਸੀਂ HDFC ਬੈਂਕ ਚ ਆ ਜਾਓ ਇੱਕ ਵਾਰੀ। देखो मैं कहा जी मैं नहीं छोड़ना चाहता प्राइवेट में, HDFC बैंक आ जाओ, कि मैं नेशनल बैंक नहीं छोड़ना चाह रहा सीगा, पर बेटे ने आगे दूसरे छुड़ाया। जब उत्थे आए तो हो जा फैसिलिटी इज वेरी गुड। आज सानू मतलब ये नहीं लगता कि ये कोई दिक्कत है, ऐसा कोई लगे नहीं हुण तक। पर इन्हां कोल जिन्ने भी प्राइवेट बैंक चाहे कोई भी हर चीज रिटर्न च लैनी चाहिए है। विदाउट रिटर्न ये कुछ नहीं करते, चाहे प्राइवेटाइजेशन है चाहे गवर्नमेंट है, कुछ भी है। ਜੇ ਗਵਰਨਮੈਂਟ ਇੰਪਲੋਇਜ਼ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਨਜ਼ਰਾਂ ਦੇ ਵਿੱਚ ਜਿਹੜਾ ਹੈਗਾ ਉਹ ਪ੍ਰਾਈਵੇਟਾਈਜੇਸ਼ਨ ਵਿਭਾਗਾਂ ਦੀ ਨਹੀਂ ਕੀਤੀ ਜਾਣੀ ਚਾਹੀਦੀ। ਉਹ ਜਿਹੜਾ ਹੈਗਾ ਉਸ ਦੇ ਖਿਲਾਫ ਸਰਕਾਰ ਦੇ ਖੜੇ ਹੋ ਰਹੇ ਨੇ। ਇਹ ਕਿੱਥੇ ਤੱਕ ਜਾਇਜ਼ ਹੈ? ਕਿਉਂ ਸਰਕਾਰੀ ਕਰਮਚਾਰੀਆਂ ਨੂੰ ਲੱਗਦਾ ਵੀ ਪ੍ਰਾਈਵੇਟ ਜੇ ਕਰ ਦਿੱਤੇ ਜਾਣਗੇ ਤਾਂ ਉਹਨਾਂ ਦੀਆਂ ਨੌਕਰੀਆਂ ਤੇ ਖਤਰਾ ਬਣ ਜਾਏਗਾ? ਕੀ ਐਦਾਂ ਦੀ ਵੀ ਕੋਈ ਗੱਲ? ਤਾਂ ਕੁਝ ਨਹੀਂ ਹੈ ਕਿ ਪ੍ਰਾਈਵੇਟਾਈਜੇਸ਼ਨ ਨੂੰ ਸੈਲਰੀਆਂ ਘੱਟ ਹੈ, ਕੰਮ ਜ਼ਿਆਦਾ ਕਰਨਾ ਪੈਂਦਾ। ਗਵਰਨਮੈਂਟ ਦੇ ਕੰਮ ਹੀ ਨਹੀਂ ਕਰਦੇ, ਸੈਲਰੀ ਹੁੰਦੀ ਹੈ, ਉਹਨਾਂ ਨੂੰ ਮਿਲਦੀ ਹੈ। ਤਾਂ ਇਹ ਗੱਲ ਜਿੱਦਾਂ HDFC ਬੈਂਕ 'ਚ ਮੈਂ ਚਲਾ ਗਿਆ ਜੀ, ਉਹ ਇੰਨਾ ਕੰਮ ਹੈ ਬੇਸ਼ੁਮਾਰ ਜੀ, ਸੈਲਰੀ ਬੜੀ ਘੱਟ ਹੈ। ਤੁਸੀਂ ਜਾਓ, ਤੁਹਾਡਾ ਕੰਮ 1 ਮਿੰਟ ਤੋਂ ਪਹਿਲੇ ਹੋ ਜਾਂਦਾ। ਨੈਸ਼ਨਲ ਬੈਂਕ ਖੜੇ ਹੋ 2 ਘੰਟੇ, 1 ਘੰਟਾ ਕੋਈ ਪੁੱਛਦਾ ਹੀ ਨਹੀਂ। ਇਹ ਹਾਲ ਨੈਸ਼ਨਲ ਬੈਂਕ ਦਾ ਜੀ। ਤਾਂ ਪ੍ਰਾਈਵੇਟਾਈਜੇਸ਼ਨ ਕਰਨੀ ਬਹੁਤ ਜ਼ਰੂਰੀ ਆ, ਕਿਉਂਕਿ ਨੈਸ਼ਨਲਾਈਜ਼ ਬੈਂਕਾਂ ਨੂੰ ਕੋਈ ਵੀ ਨੈਸ਼ਨਲ ਗਵਰਨਮੈਂਟ ਦਾ ਕੋਈ ਵੀ ਡਿਪਾਰਟਮੈਂਟ ਉਹ ਕੰਮ ਕਰਕੇ ਖੁਸ਼ ਹੀ ਨਹੀਂ ਆ। ਤਾਂ ਪ੍ਰਾਈਵੇਟ 'ਚ ਕੰਮ ਕਰਨਾ ਪੈਂਦਾ ਜੀ, ਉਹ ਤਾਂ ਨਹੀਂ ਆਉਣਾ ਚਾਹੁੰਦੇ ਪ੍ਰਾਈਵੇਟ ਬੈਂਕ ਦੇ ਵਿੱਚ। ਤਾਂ ਇਹ ਪ੍ਰੋਬਲਮ ਹੈ। ਗੱਲ ਅਗਰ ਚੰਡੀਗੜ੍ਹ ਦੀ ਕੀਤੀ ਜਾਵੇ ਤਾਂ ਚੰਡੀਗੜ੍ਹ ਸ਼ਹਿਰ ਨੇ ਪਿਛਲੇ ਕੁਝ ਦਿਨੀ ਬਿਜਲੀ ਨੂੰ ਲੈ ਕੇ ਬੜਾ ਕਾਲਾ ਦੌਰ ਵੇਖਿਆ, ਕਿਉਂਕਿ ਚੰਡੀਗੜ੍ਹ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ 2-3 ਦਿਨ ਜਿਹੜਾ ਚੰਡੀਗੜ੍ਹ ਦੇ ਵਿੱਚ ਲਾਈਟ ਨਹੀਂ ਰਹੀ। ਦਰਅਸਲ ਬਿਜਲੀ ਵਿਭਾਗ ਦੇ ਜਿਹੜੇ ਕਰਮਚਾਰੀ ਸਨ ਉਹ ਸਰਕਾਰ ਦੇ ਪ੍ਰਾਈਵੇਟਾਈਜੇਸ਼ਨ ਵਿਭਾਗ ਨੂੰ ਕੀਤੇ ਜਾਣ ਦਾ ਵਿਰੋਧ ਕਰ ਰਹੇ ਸਨ। ਤੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਤੁਸੀਂ ਚੰਡੀਗੜ੍ਹ ਦੇ ਵਾਸੀ ਵੀ ਹੋ ਅਤੇ ਇੱਕ ਵਪਾਰੀ ਵੀ ਹੋ? ਸਰ ਇਸ ਤਰ੍ਹਾਂ ਕਿ ਦੇਖੋ, बिजली वाज
ਕਿ ਜਿਹੜੇ ਆਲਰੇਡੀ ਇੰਪਲਾਈਜ਼ ਆ ਉਹ ਕੰਮ ਕਰਕੇ ਖੁਸ਼ ਨਹੀਂ ਆ, ਉੱਥੇ ਜਾਏ ਬੰਦਾ ਨਾ ਫੋਨ ਚੱਕਦੇ ਨਾ ਕੁਝ ਕਰਦੇ, ਕੰਮ ਕਰਕੇ ਖੁਸ਼ ਨਹੀਂ ਬਿਲਕੁਲ ਵੀ। ਪਰ ਜਿਹੜੀ ਉਹਨਾਂ ਸਟ੍ਰਾਈਕ ਕੀਤੀ ਆ ਉਹ ਬੜੀ ਗਲਤ ਕੀਤੀ ਹੈ ਜੀ। 24 ਘੰਟੇ ਨਾ ਪਾਣੀ ਨਾ ਬਿਜਲੀ, ਹਰ ਬੰਦਾ ਤਰਫੇ ਕੋਈ 3 ਦਿਨ 4 ਦਿਨ ਦੀ ਦਿੱਕਤ, ਬੜੀ ਪ੍ਰੋਬਲਮ ਕੀਤੀ ਇਹਨਾਂ ਨੇ। ਪਰ ਇਹ ਗਲਤ ਨਜਾਇਜ਼ ਹੈ। ਜਿੱਦਾਂ ਸਟ੍ਰਾਈਕ ਕਰਨੀ ਆ ਆਪਣੇ ਕਿਤੇ ਗਰਾਊਂਡ ਜਿਹੜੇ ਹੈ ਨਾ ਬਣੇ ਹੋਏ ਆ ਉੱਥੇ ਜਾ ਕੇ ਸਟ੍ਰਾਈਕ ਕਰੋ, ਪਰ ਇਹ ਥੋੜ੍ਹੇ ਕਿ ਬਿਜਲੀ ਪਾਣੀ ਸਭ ਕੁਝ ਬੰਦ ਕਰ ਦਿੰਦੀ, ਆਣਾ ਜਾਣਾ ਬੰਦ ਕਰ ਦੇਣਾ, ਉਹ ਗਲਤ ਹੈ ਯਾਰ। ਲੇਕਿਨ ਬਿਜਲੀ ਵਿਭਾਗ ਦੇ ਕਾਮਿਆਂ ਦਾ ਆਖਣਾ ਸੀ ਕਿ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਹਾਂਜੀ ਉਹ ਪ੍ਰਸ਼ਾਸਨ ਨੂੰ ਪਹਿਲਾਂ ਹੀ ਆਗਾਹ ਕੀਤਾ ਸੀ। ਠੀਕ ਕਾਫੀ ਹੈ। ਦੇਰ ਤੋਂ ਉਹਨਾਂ ਨੂੰ ਕਹਿ ਰਹੇ ਸੀ ਕਿ ਜੇ ਤੁਸੀਂ ਸਾਡੀਆਂ ਮੰਗਾਂ ਨਾ ਮੰਨੀਆਂ ਜਾਂ ਪ੍ਰਾਈਵੇਟਾਈਜੇਸ਼ਨ ਨੂੰ ਨਾ ਰੋਕਿਆ ਤਾਂ ਅਸੀਂ ਸਟ੍ਰਾਈਕ ਤੇ ਜਾਵਾਂਗੇ। ਠੀਕ ਤੇ ਹੈ। ਇਹਦੇ ਵਿੱਚ ਕੀ ਦੋਹਾਂ ਪਾਸਿਓਂ ਗਲਤੀ ਨਹੀਂ ਹੋਈ ਜਾਂ ਦੋਨੋਂ ਪਾਸੇ ਕੋਈ ਕਮਿਊਨੀਕੇਸ਼ਨ ਗੈਪ ਹੋ? सर कमी बेशी होएगी बिल्कुल, पर स्ट्राइक करना सब राइट बनता है, जिन्हें एम्प्लॉइज है स्ट्राइक करना राइट है, पर जाके सर कितने करना कितने रेली ग्राउंड है जिदा वो मटका चौक है उसे करन स्ट्राइक, ये थोड़ी कि बिजली बंद करती, पानी बंद करता, हर चीज बंद करती, वो गलत है। और सारे डैमेज खर्चे ना तो पैने चाहिए जिन्हें तंग किया पब्लिक ने। आगे आर्मी ने खुलवाया, नहीं खुलती नहीं बिजली, बिजली पूरी बंद रही है 3-4 दिन, तो वो गलत है सर। ਤੇ ਪ੍ਰਸ਼ਾਸਨ ਦੀ ਇਸ 'ਚ ਕਿਸ ਤਰੀਕੇ ਦੀ ਤੁਸੀਂ ਭਾਗੀਦਾਰੀ ਦੇਖਦੇ ਹੋ? ਵੀ ਪ੍ਰਸ਼ਾਸਨ ਬਿਜਲੀ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਵੀ ਕੋਈ ਗਲਤੀ ਮੰਨਦੇ ਹੋ ਜਾਂ ਸਿਰਫ ਕਰਮਚਾਰੀਆਂ ਦੀ ਹੀ ਸਰ ਸਾਰੀ? ਪ੍ਰਸ਼ਾਸਨ ਦੀ ਗਲਤੀ ਕਿਉਂ ਪਹਿਲੇ ਸਟਰੋਂਗ ਕਰਨਾ ਚਾਹੀਦਾ ਸੀਗਾ, ਜਿਹੜੇ ਇੰਪਲਾਈਜ਼ ਆ ਉਹਨੂੰ ਕਹਿਣਾ ਚਾਹੀਦਾ ਤੁਸੀਂ ਸਟ੍ਰਾਈਕ ਕਰਨੀ ਆ ਤਾਂ ਕਿਤੇ ਹੋ ਜਾ ਕੇ ਕਰੋ। ਇਹ ਤਾਂ ਆਪਣੀ ਬਿਜਲੀ ਕਰਤੀ ਚਲੀ ਗਈ, 3-3 4 ਦਿਨ ਬਿਜਲੀ ਨਾ ਹੋਵੇ, ਗਲਤੀ ਪ੍ਰਸ਼ਾਸਨ ਦੀ ਵੀ ਆ, ਪਰ ਪ੍ਰਸ਼ਾਸਨ ਦੀ ਘੱਟ ਹੈ, ਇੰਪਲਾਈਜ਼ ਦੀ ਜ਼ਿਆਦਾ ਹੈ। ਇੰਪਲਾਈਜ਼ ਇਸ ਕਰਕੇ ਜ਼ਿਆਦਾ ਹੈ ਕਿ ਉਹਨਾਂ ਨੇ ਬਿਲਕੁਲ ਸਟ੍ਰਾਈਕ ਕਰਤੀ, ਜੇ ਸਟ੍ਰਾਈਕ ਕੀਤੀ ਤੁਸੀਂ ਜਾ ਕੇ ਸਾਈਡ ਤੇ ਕਰੋ, ਕਿਉਂ ਬਿਜਲੀ ਕਰਤੀ, ਪਾਣੀ ਵੀ ਬੰਦ ਹੋ ਗਿਆ, ਬਿਜਲੀ ਬੰਦ ਹੋ ਗਈ, ਹਰ ਚੀਜ਼ ਬੰਦ ਹੋ ਗਈ ਸਰ। ਮੈਂ ਆਪਣੀ ਲਾਈਫ ਦੇ ਵਿੱਚ मतलब 48 घंटे बिजली बंद हुई पहली बार देखा, जिसमें ना बिजली ना पानी कुछ भी नहीं, ना स्ट्रीट लाइट कुछ सब बंद है, और दिस इज रॉन्ग, वो गलत है ਜੀ। ਅਗਰ ਵਪਾਰੀ ਅਤੇ ਸਮਾਜ ਸੇਵੀ ਸੁਭਾਸ਼ ਗਰਗ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਨਜ਼ਰਾਂ ਦੇ ਵਿੱਚ ਜਿਹੜਾ ਹੈਗਾ ਪ੍ਰਾਈਵੇਟਾਈਜੇਸ਼ਨ ਹੋਣ ਦੇ ਚੱਲਦੇ ਜੋ ਵੀ ਹੰਗਾਮਾ ਚੰਡੀਗੜ੍ਹ ਸ਼ਹਿਰ ਦੇ ਵਿੱਚ ਬਿਜਲੀ ਕਰਮਚਾਰੀਆਂ ਦਾ ਹੋਇਆ, ਉਸ ਦੇ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਗਲਤੀ ਸੀ ਅਤੇ ਕਰਮਚਾਰੀਆਂ ਦੀ ਵੀ। ਸੁਭਾਸ਼ ਜੀ, ਅਗਰ ਗੱਲ ਚੰਡੀਗੜ੍ਹ ਸ਼ਹਿਰ ਦੀ ਕੀਤੀ ਜਾਵੇ, ਇੱਕ ਬੇਹੱਦ ਵੱਡੀ ਕਮੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ। ਚੰਡੀਗੜ੍ਹ ਦੀ ਖੂਬਸੂਰਤੀ ਦੇ ਵਿੱਚ ਇੱਕ ਬਹੁਤ ਵੱਡਾ ਦਾਗ ਬਣ ਚੁੱਕਿਆ, ਉਹ ਮੁੱਦਾ ਹੈਗਾ ਡੰਪਿੰਗ ਗਰਾਊਂਡ ਦਾ, ਜਿਹਦੀ ਬਦਬੂ ਸਮਝ ਲਓ, ਜਿਹਦੇ ਕਚਰੇ ਦੇ ਕਾਰਨ ਸਮਝ ਲਓ, ਜਿਹੜਾ ਅੱਜ ਪਹਾੜ ਖੜਾ ਹੋ ਗਿਆ, ਉਹ ਲੋਕਾਂ ਦੇ ਲਈ ਮੁਸੀਬਤਾਂ ਦਾ ਸਬਬ ਬਣਦਾ ਜਾ ਰਿਹਾ ਤੇ ਚੰਡੀਗੜ੍ਹ ਸ਼ਹਿਰ ਦੀ ਖੂਬਸੂਰਤੀ ਵਿੱਚ ਇੱਕ ਧੱਬਾ ਬਣ ਗਿਆ। ਇਸ ਗੱਲ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਤੇ ਕੀ ਸਮਝਦੇ ਹੋ ਕਿ ਕੀ ਹੋਣਾ ਚਾਹੀਦਾ ਜੋ ਇਹਦਾ ਹੱਲ ਹੋ ਸਕੇ? सर वैसे बिल्कुल ठीक कह रहे हो, तुम जो गल कह रहे हो बिल्कुल ठीक है, पर ਇਹਦੇ ਵਾਸਤੇ ਹੁਣ ਤੁਹਾਨੂੰ ਕੀ ਦੱਸਿਆ ਜਾਵੇ ਕਿ ਉਹ ਕਿਸ ਸਾਈਡ ਤੇ ਹੋਣਾ ਚਾਹੀਦਾ, ਸ਼ਹਿਰ ਦੇ ਵਿੱਚ ਨਹੀਂ ਹੋਣਾ ਚਾਹੀਦਾ। ਨੰਬਰ 1 ਕਿ ਉੱਥੇ ਪਬਲਿਕ ਵੀ ਬਹੁਤ ਦੁਖੀ ਹੈ, ਉੱਥੇ ਪਬਲਿਕ ਬਹੁਤ ਜ਼ਿਆਦਾ ਦੁਖੀ ਹੈ, ਕਿਉਂਕਿ ਬਿਮਾਰੀਆਂ, ਪੋਲੂਸ਼ਨ, ਹਰ ਚੀਜ਼ ਹੈ ਜੀ ਉੱਥੇ। ਜਿਸ ਦਿਨ ਚੱਲਦਾ ਹੋ ਜਦ ਬੰਦਾ ਕੋਈ ਪ੍ਰੋਬਲਮ ਨਹੀਂ ਆਉਂਦੀ, ਇਹ ਪ੍ਰੋਬਲਮ ਹੈ ਕਿ ਉਹਨੂੰ ਸ਼ਿਫਟ ਕਰਨਾ ਚਾਹੀਦਾ, ਉੱਥੋਂ ਰੈਗੂਲਰ ਚੱਲਿਆ ਸ਼ਿਫਟ ਕੀਤਾ ਜਾਵੇ। ਸੁਭਾਸ਼ ਜੀ, ਇਸ 'ਚ ਵੀ ਜਿਹੜਾ ਡੰਪਿੰਗ ਗਰਾਊਂਡ ਦਾ ਇਹ ਮਸਲਾ ਸੀਗਾ, ਇਹ ਵੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜਾ ਹੈਗਾ ਇੱਕ ਪ੍ਰਾਈਵੇਟ ਕੰਪਨੀ ਨੂੰ ਇਹਦਾ ਨਿਪਟਾਰਾ ਕਰਨ ਦੇ ਲਈ ਦਿੱਤਾ ਗਿਆ ਸੀਗਾ, ਲੇਕਿਨ ਅੱਜ ਤੱਕ ਇਸ ਮੁੱਦੇ ਤੇ ਨਾ ਕੰਪਨੀ ਨੇ ਕੁਝ ਕੀਤਾ ਹਾਲੇ ਤੱਕ, ਨਾ ਪ੍ਰਸ਼ਾਸਨ ਹੀ ਕੋਈ ਧਿਆਨ ਉਹਦੇ ਤੇ ਦੇ ਰਿਹਾ। ਇਹਨੂੰ ਕਿੱਦਾਂ ਦੇਖਦੇ ਹੋ? ਇਹਨੂੰ ਪ੍ਰਾਈਵੇਟਾਈਜ਼ੇਸ਼ਨ ਕਰਨਾ ਚਾਹੀਦਾ, ਇਹਨੂੰ ਬਿਲਕੁਲ ਪ੍ਰਾਈਵੇਟਾਈਜ਼ੇਸ਼ਨ ਕਰਨਾ ਚਾਹੀਦਾ ਟੋਟਲੀ, ਕਿ ਉੱਥੇ ਆ ਕੇ ਕੰਮ ਤਾਂ ਹੋਏ ਘੱਟੋ ਘੱਟ। ਅੱਜ ਕੱਲ੍ਹ ਕੰਮ ਵੀ ਨਹੀਂ ਹੋਇਆ, ਕੁਝ ਬੰਦ ਹੀ ਪਿਆ, ਢੇਰ ਦੇ ਢੇਰ ਲੱਗੇ ਪਏ ਆ, ਤਾਂ ਇਹ ਦਿੱਕਤ ਹੈ ਜੀ। ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਉੱਥੇ ਦੇ ਲੋਕਾਂ ਦੀ ਮੁਸੀਬਤਾਂ ਨੂੰ ਲੈ ਕੇ ਕਿੱਦਾਂ ਦੇਖਦੇ ਹੋ? ਸਰ ਉੱਥੇ ਤੁਸੀਂ ਜਾ ਕੇ ਦੇਖੋ ਨਾ ਕੀ ਹਾਲ ਉੱਥੇ ਦਾ, ਬਹੁਤ ਮਾੜਾ ਹਾਲ ਉੱਥੇ। ਲੋਕਾਂ ਨੂੰ ਪਤਾ ਨਹੀਂ ਕਿੰਨੀ ਬਿਮਾਰੀਆਂ ਲੱਗੀਆਂ, ਕੈਂਸਰ ਦੀ ਬਿਮਾਰੀ ਤੱਕ ਵੀ ਉੱਥੇ ਲੱਗੀ ਹੋਈਆਂ, ਹਰ ਬਿਮਾਰੀ ਉੱਥੇ ਆਈ ਹੋਈ ਹੈ ਜੀ। ਨਾ ਕੋਈ ਰਿਸ਼ਤੇ ਹੁੰਦੇ, ਨਾ ਲੜਕੀਆਂ ਦੇ, ਨਾ ਕੁਛ। ਪਰ ਇਹਦੀ ਗਲਤੀ ਪ੍ਰਸ਼ਾਸਨ ਦੀ ਵੀ ਆ ਔਰ ਪ੍ਰਾਈਵੇਟ ਕੰਸਰਨ ਦੀ ਵੀ ਹੈ, ਜਿਹੜੇ ਕੋ ਆਲਰੇਡੀ ਉਹ ਕੰਮ ਕਰ ਰਹੇ ਨੇ, ਕਿਉਂਕਿ ਨਾ ਦੋਨੇ ਲੱਗਦਾ ਮਿਲੀ ਭਗਤ ਹੈ ਕਿ ਉਹ ਕੰਮ ਹੀ ਨਹੀਂ ਚੱਲ ਰਿਹਾ, ਉੱਥੇ ਕੰਮ ਬਿਲਕੁਲ ਬੰਦ ਪਿਆ। ਇਸ ਕਰਕੇ ਉੱਥੇ ਦੇਖਣਾ ਚਾਹੀਦਾ ਵੀ ਇਹ ਕਿਵੇਂ ਠੀਕ ਹੋਗਾ, ਕਿਵੇਂ ਹੱਲ ਹੋਏਗਾ। ਮਤਲਬ ਇਸ ਕਰਕੇ ਪ੍ਰਾਈਵੇਟ ਨੂੰ ਨੁਕਸਾਨ ਤਾਂ ਹੈ ਹੀ ਹੈ ਜੀ, ਕਿ ਪ੍ਰਾਈਵੇਟਾਈਜ਼ੇਸ਼ਨ ਨੇ ਕੀਤੀ ਹੋਈ ਹੈ ਪਰ ਕੰਮ ਨਹੀਂ ਕਰੀ ਕੰਪਨੀ, ਉਹ ਸਾਰੀ ਪ੍ਰਸ਼ਾਸਨ ਦੀ ਗਲਤੀ ਹੈ। ਤਾਂ ਤੁਹਾਨੂੰ ਨਹੀਂ ਲੱਗਦਾ ਵੀ ਇਸ ਤਰੀਕੇ ਦੀ ਕੰਪਨੀਆਂ ਦੇ ਖਿਲਾਫ ਜਿਹੜਾ ਹੈਗਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ? ਬਿਲਕੁਲ ਲੈਣਾ ਚਾਹੀਦਾ ਜੀ, ਐਕਸ਼ਨ ਲੈਣਾ ਚਾਹੀਦਾ। ਇੱਕ ਵਪਾਰੀ ਹੋਣ ਦੇ ਨਾਤੇ ਕਿਸ ਤਰ੍ਹਾਂ ਸਮਝਦੇ ਹੋ ਵੀ ਕਿਸ ਤਰੀਕੇ ਦਾ ਤੇ ਕਿੱਦਾਂ ਐਕਸ਼ਨ ਲਿੱਤਾ ਜਾਣਾ? ਇਸ ਤਰੀਕੇ ਇਹਨੂੰ ਚੇਂਜ ਕੀਤਾ ਜਾਵੇ ਜਾਂ ਦੁਬਾਰਾ ਡੀ ਕੰਟਰੋਲ ਕੰਮ ਕੀਤਾ ਜਾਵੇ, ਕੋਈ ਹੋਰ ਕੰਪਨੀ ਨੂੰ ਦਿੱਤਾ ਜਾਵੇ ਕੰਮ। ਇਸ ਕਰਕੇ ਕੋਈ ਨਾ ਕੋਈ ਹੋਰ ਹੱਲ ਨਿਕਲੇਗਾ, ਤਾਂ ਕੋਈ ਨਵੀਂ ਕੰਪਨੀ ਆਵੇ ਜਿਹੜੀ ਕੰਮ ਕਰਦੀ ਹੋਵੇ। ਕੰਪਨੀਆਂ ਬਹੁਤ ਆ ਕੰਮ ਕਰਨ ਵਾਲੀਆਂ ਜੀ, ਪਰ ਪ੍ਰਸ਼ਾਸਨ ਦੇ ਤਾਂ ਨਾ ਜੀ, ਐਮਸੀ ਵਾਲੇ ਦੇਣ ਤਾਂ ਉਹ ਆਪਣੇ ਬੰਦਿਆਂ ਨੂੰ ਅਪਲਾਈ ਕਰਦੇ, ਆਪਣੇ ਬੰਦਿਆਂ ਨੂੰ ਕੰਮ ਦਿੰਦੇ ਜੀ।
ਜੀ ਸੰਵਾਦ ਦੇ ਤਹਿਤ ਸਾਡੇ ਨਾਲ ਮੌਜੂਦ ਜਿਹੜੇ ਸ਼ਖਸ ਨੇ ਵਪਾਰੀ ਅਤੇ ਸਮਾਜ ਸੇਵਕ ਸੁਭਾਸ਼ ਗਰਗ ਜੀ। ਕੁਝ ਚੀਜ਼ਾਂ ਅਜਿਹੀਆਂ ਵੀ ਹੁੰਦੀਆਂ ਨੇ ਜਿਹੜੀਆਂ ਜਨਤਾ ਨੂੰ ਨਜ਼ਰ ਨਹੀਂ ਆਉਂਦੀਆਂ, ਲੇਕਿਨ ਉਹਨਾਂ ਦੇ ਅੰਦਰ ਕਿਸੇ ਨਾ ਕਿਸੇ ਤਰੀਕੇ ਮਿਲੀ ਭੁਗਤ ਚੱਲਦੀ ਰਹਿੰਦੀ ਹੈ। ਸੁਭਾਸ਼ ਜੀ, ਕੀ ਕਹਿਣਾ ਚਾਹੋਗੇ ਵੀ ਕਿਸ ਤਰੀਕੇ ਦੀ ਮਿਲੀ ਭੁਗਤ ਕਿਸ ਤਰੀਕੇ ਨਾਲ ਚੱਲਦੀ ਹੈ ਤੇ ਕਿਸ ਤਰੀਕੇ ਨਾਲ ਤੁਸੀਂ ਇਸ ਨੂੰ ਡਿਫਾਈਨ ਕਰਦੇ ਹੋ? ਕਿਸ ਤਰੀਕੇ ਦੀ ਉਦਾਹਰਨ ਸਾਨੂੰ ਦਿਓਗੇ ਪ੍ਰਸ਼ਾਸਨ ਦੀ ਇਹਨਾਂ ਲਾਈਟਾਂ ਤੇ ਖੰਭਿਆਂ ਨੂੰ ਲੈ ਕੇ? ਸਰ ਜਿੱਦਾਂ ਇਲੈਕਟ੍ਰੀਕਲ ਹੈ, ਇਹ ਖੰਭੇ ਲੱਗੇ ਆ, ਖੰਭਾ ਕਿਸੇ ਕੋਲ ਹੈ ਜਿਹੜਾ ਪੌਣ ਬੰਦਾ ਵਿਚਕਾਰ, ਉਹਦੀ ਟੈਂਡਰ, ਹਾਂ ਉਹ ਟੈਂਡਰ ਕਿਸੇ ਕੋਲ ਹੈ, ਤਾਰ ਦਾ ਟੈਂਡਰ ਕਿਸੇ ਕੋਲ ਹੈ ਜੀ। ਔਰ ਨੰਬਰ 2 ਕਿ ਬੱਲਬ ਕਿਸੇ ਕੋਲ ਹੈ, ਉਹਦੀ ਚਲਾ ਜਿਹੜਾ ਟਰਾਂਸਮੀਟਰ ਉਹ ਕਿਸੇ ਹੋਰ ਕੋਲ ਹੈ, ਪੱਖਾ ਕਿਸੇ ਕੋਲ ਹੈ, ਫਿਟਿੰਗ ਦਾ ਕੰਮ ਕਿਸੇ ਹੋਰ ਕੋਲ ਹੈ। ਤਾਂ ਇਹ ਜਿਹੜਾ ਸਾਰਾ ਸੋਚਿਆ ਜਾਵੇ ਤਾਂ ਇੱਕ ਬੰਦੇ ਨੂੰ ਦਿੱਤਾ ਜਾ ਸਕਦਾ ਹੈ, ਉਹ ਤਾਂ ਨਹੀਂ ਦਿੰਦੇ ਕਿ ਉਹਨਾਂ ਦੀ ਸਾਰੀ ਮਿਲੀ ਭਗਤ ਆਪਸ ਵਿੱਚ ਚੱਲਦੀ ਆ। ਇਸ ਕਰਕੇ ਸਾਰੀ ਇਹ ਪ੍ਰੋਬਲਮ ਹੈ, ਇਹ ਤਾਂ ਪ੍ਰੋਬਲਮ ਰਹਿਣੀ ਸਭ ਖਤਮ ਨਹੀਂ ਹੋ ਸਕਦੀਆਂ ਔਰ ਅੱਗੇ ਅੱਗੇ ਵੀ ਚੱਲੀ ਜਾਣਗੀਆਂ, ਵਧਣਗੀਆਂ, ਅੱਗੇ ਘਟਦੀ ਨਹੀਂ ਆ। ਜਦ ਤੱਕ ਕੋਈ ਇਹਨਾਂ ਨੂੰ ਦੇਖਦਾ ਨਹੀਂ ਹੈ, ਕੋਈ ਐਡਮਿਨਿਸਟ੍ਰੇਸ਼ਨ ਦੇਖਦੀ, ਕੋਈ ਦੇਖਦਾ ਨਹੀਂ, ਤਾਂ ਇੱਦਾਂ ਹੀ ਚੱਲੇਗਾ ਸਾਰੇ ਦਾ, ਇਹ ਲੰਬਾ ਚੱਲੇਗਾ। ਸੁਭਾਸ਼ ਜੀ, ਪ੍ਰਾਈਵੇਟਾਈਜੇਸ਼ਨ ਦੀ ਅਗਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਇੱਕ ਸਟੀਲ ਵਪਾਰੀ ਹੋ, ਠੀਕ ਹੈ, ਸਟੀਲ ਦੇ ਵਪਾਰ ਦੇ ਅੰਦਰ ਵੀ ਸਰਕਾਰੀ ਕੰਪਨੀਆਂ ਨੇ, ਸਟੀਲ ਅਥਾਰਟੀਜ਼ ਆਫ ਇੰਡੀਆ ਲਿਮਟਿਡ ਹੈ, ਰਾਸ਼ਟਰੀ ਇਸਪਾਤ ਸੀਗੀ, ਤੇ ਕੀ ਤੁਹਾਨੂੰ ਸਿਸਟਮ ਸਹੀ ਨਹੀਂ ਲੱਗਦਾ ਵੀ ਸਰਕਾਰੀ ਕੰਪਨੀ ਦੇ ਥਰੂ ਜਿਹੜਾ ਹੈਗਾ ਉਹ ਜ਼ਿਆਦਾ ਬੈਨੀਫਿਟ ਮਿਲਦਾ ਜਾਂ ਜ਼ਿਆਦਾ ਕੰਮ ਜਲਦੀ ਹੁੰਦਾ? ਇਹਦੇ ਵਿੱਚ ਕਿਸ ਤਰੀਕੇ ਦਾ ਐਕਸਪੀਰੀਅੰਸ ਤੁਹਾਡਾ ਰਿਹਾ ਸਟੀਲ ਅਥਾਰਟੀਜ਼ ਆਫ ਇੰਡੀਆ ਲਿਮਟਿਡ ਦੇ ਨਾਲ, ਜਿਹੜੀ ਕਿ ਸਰਕਾਰੀ ਕੰਪਨੀ ਹੈ? ਇਸ ਤੇ ਜਰਾ ਚਾਨਣਾ ਪਾਓ। ਸਰ ਮੈਂ ਸਟੀਲ ਅਥਾਰਟੀ ਆਫ ਇੰਡੀਆ ਦਾ ਕੰਮ 81 ਤੋਂ ਕਰ ਰਿਹਾ। ਮੈਂ ਜਿਹੜਾ ਬੰਦ ਕੀਤਾ 2010-11 ਦੇ ਵਿੱਚ ਬੰਦ ਕੀਤਾ ਸੀਗਾ ਜੀ। ਸਟੀਲ ਅਥਾਰਟੀ ਆਫ ਇੰਡੀਆ ਇੱਕ ਬੜੀ ਅੱਛੀ ਕੰਪਨੀ ਆ, ਕਿ ਮਾੜੀ ਨਹੀਂ ਆ, ਡਿਪੈਂਡਿੰਗ ਆਫ ਮੈਨ ਟੂ ਮੈਨ ਤੇ ਫਰਕ ਹੈ ਜੀ। ਫਿਰ ਇਹਨਾਂ ਦਾ ਮੈਂ ਡਿਸਟ੍ਰੀਬਿਊਟਰ ਬਣਿਆ ਜੀ ਹੁਣੇ 2 ਸਾਲ ਪਹਿਲੇ। ਮੇਰੀ ਕੰਪਨੀ ਦਾ ਨਾਮ ਸੀ ਸੰਜੇ ਆਇਰਨ ਐਂਡ ਸਟੀਲ ਲਿਮਟਿਡ ਜੀ, ਉਹਦੇ ਨਾਮ ਤੇ ਮੈਂ ਡਿਸਟ੍ਰੀਬਿਊਟਰ ਬਣਿਆ। ਇਹਨਾਂ ਦੀ ਪਾਲਿਸੀ ਐਸੀ ਗਲਤ ਹੈ ਕਿ ਇਹਨਾਂ ਨੇ ਦੱਸਿਆ ਕੁਝ, ਕੀਤਾ ਕੁਝ। ਦੱਸਿਆ ਕਿ ਜਿਹੜਾ ਸਾਰਾ ਰੇਟ ਹੋਏਗਾ ਜੋ ਆਮ ਪਬਲਿਕ ਦਾ ਰੇਟ ਹੈ ਉਸ ਤੋਂ ਘੱਟ ਹੋਏਗਾ ਜੀ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਗ੍ਰੇਟ ਕਾਊਂਟ ਕਰਕੇ ਉਹਦਾ ਰੇਟ ਲਾਤਾ 2700 ਰੁਪਏ ਟਨ ਮਹਿੰਗਾ, ਤੇ ਉਹ ਮਾਲ ਹੀ ਨਾ ਵਿਕੇ। ਮਾਲ ਵਿਕਣ ਦੇ ਵਿੱਚ ਬਹੁਤ ਪਰੇਸ਼ਾਨੀ ਆਈ। ਪਹਿਲਾਂ ਡਿਸਟ੍ਰੀਬਿਊਟਰ ਬਣ ਗਏ, 1 ਸਾਲ ਅਸੀਂ ਔਖੇ ਸੌਖੇ ਟਾਈਮ ਕੱਢਿਆ ਉਹਦੇ ਨਾਲ ਜੀ। ਜਦ ਟਾਈਮ ਕੱਢਣ ਤੋਂ ਬਾਅਦ ਕੀ ਕੀਤਾ, ਇਹਨਾਂ ਨੂੰ ਅਸੀਂ ਬੈਂਕ ਗਰੰਟੀ ਦਿੱਤੀ 1 ਕਰੋੜ 28 ਲੱਖ ਰੁਪਏ ਦੀ, ਸਟੀਲ ਅਥਾਰਟੀਜ਼ ਆਫ ਇੰਡੀਆ, ਸਟੀਲ ਅਥਾਰਟੀ ਆਫ ਇੰਡੀਆ ਨੂੰ। ਜਦ ਬੈਂਕ ਗਰੰਟੀ ਦਿੱਤੀ ਤਾਂ ਸਟਾਰਟਿੰਗ ਦੇ ਵਿੱਚ ਇਹਨਾਂ ਸਾਡੀ ਇਨਵੈਸਟਮੈਂਟ ਬਹੁਤ ਕਰਾਤੀ। ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਰੇਟ ਬਾਅਦ ਲਾਣੇ ਸ਼ੁਰੂ ਕਰਤੇ, ਮਾਲ ਵਿਕਣਾ ਬੰਦ ਹੋ ਗਿਆ ਜੀ। ਅੱਗੇ ਜਿੱਦਾਂ ਦੇ ਪ੍ਰੈਸ਼ਰ ਆ ਜੀ ਇਹਨਾਂ ਕਿਤੋਂ ਬਹੁਤ ਜ਼ਿਆਦਾ। ਅਸੀਂ ਇਹਨਾਂ ਨੂੰ ਜਵਾਬ ਦੇ ਦਿੱਤਾ, 1 ਸਾਲ ਦਾ ਐਗਰੀਮੈਂਟ ਸੀ, ਉਸੇ ਜਵਾਬ ਦੇ ਦਿੱਤਾ ਵੀ ਅਸੀਂ ਇਹ ਕੰਮ ਨਹੀਂ ਕਰਾਂਗੇ, ਹੁਣ ਅਸੀਂ ਕੰਮ ਛੱਡ ਰਹੇ ਹਾਂ ਜੀ। ਇਹਨਾਂ ਦੇ ਧੋਖੇ ਦੇ ਨਾਲ ਬੈਂਕ ਗਰੰਟੀ ਵੀ ਕੈਸ਼ ਕਰਾ ਲਈ। 30 ਲੱਖ ਰੁਪਏ ਜਿਹੜਾ ਲੋਕਾਂ ਨੇ ਦੇਣਾ ਉਹ ਵੀ ਇਹਨਾਂ ਨੇ ਨਹੀਂ ਦਿੱਤਾ ਹਾਲੇ ਤੱਕ। ਜਿਹੜੇ ਇਹਨਾਂ ਦੇ ਇਨਸੈਂਟਿਵ ਆਉਂਦੇ, ਬੈਨੀਫਿਟਸ ਆਉਂਦੇ ਆ, ਉਹ ਇਹਨਾਂ ਨੇ ਹਾਲੇ ਤੱਕ ਦਿੱਤੇ ਨਹੀਂ ਆ। ਪੌਣੇ 2 ਕਰੋੜ ਰੁਪਏ ਹੋ ਗਏ ਜਦ 2 ਸਾਲ ਤੋਂ ਫਸਿਆ ਹੈ। ਪਰ ਸਟੀਲ ਅਥਾਰਟੀ ਆਫ ਇੰਡੀਆ ਦੇ ਕੰਮ ਇਹ ਹੈ, ਮਤਲਬ ਸਰਕਾਰੀ ਕੰਪਨੀ ਦੇ। ਔਰ ਤੁਸੀਂ ਮੈਨੂੰ ਛੱਡੋ, ਕਿਸੇ ਵੀ ਡਿਸਟ੍ਰੀਬਿਊਟਰ ਨੂੰ ਪੁੱਛ ਲਓ, ਇਹਨਾਂ ਦੇ ਡਿਸਟ੍ਰੀਬਿਊਟਰ ਪੰਜਾਬ 'ਚ ਵੀ ਹੈ, ਹਰਿਆਣੇ 'ਚ ਵੀ ਹੈ, ਸਾਰੇ ਤੰਗ ਹੈ। ਔਰ ਲੌਂਗ ਰਨ ਦੇ ਵਿੱਚ ਇਹਨਾਂ ਦੀ ਪਾਲਿਸੀ ਆਪਣੀ ਚੇਂਜ ਕਰਨੀ ਹੀ ਪਏਗੀ। ਨਹੀਂ ਕਰਨਗੇ ਤਾਂ ਕੋਈ ਡਿਸਟ੍ਰੀਬਿਊਟਰ ਨਹੀਂ ਬਣੇਗਾ। ਤਾਂ ਉਹ ਮੈਨ ਟੂ ਮੈਨ ਵੀ ਬੜਾ ਡਿਫਰੈਂਟ ਹੈ। ਜੇ ਮੈਨ ਟੂ ਮੈਨ ਕੋਈ ਬੰਦਾ ਅੱਛਾ ਜੇ ਤਾਂ ਅੱਛਾ ਵੀ ਹੈ ਜੀ, ਪਰ ਦਿਸ ਇਜ਼ ਪ੍ਰੋਬਲਮ, ਬਹੁਤ ਪ੍ਰੋਬਲਮ ਹੈ ਜੀ ਇਹਦੇ ਵਿੱਚ ਅੱਜ ਦੇ ਦਿਨ। ਤੇ ਗੱਲ ਅਗਰ ਸੁਭਾਸ਼ ਜੀ ਆਪਾਂ ਪ੍ਰਾਈਵੇਟ ਸੈਕਟਰ ਕੰਪਨੀਆਂ ਦੇ ਕਰੀਏ ਜਿਹੜੀਆਂ ਸਟੀਲ ਦੇ ਵਿੱਚ ਨੇ, ਗੱਲ ਅਗਰ ਆਪਾਂ ਟਾਟਾ ਦੀ ਕਰ ਲਈਏ, ਤਾਂ ਉਹਨਾਂ ਦੇ ਔਰ ਇਹਨਾਂ ਦੇ ਵਪਾਰ ਕਰਨ ਦੇ ਤਰੀਕੇ 'ਚ ਕੀ ਫਰਕ ਸਮਝਦੇ ਹੋ, ਤਾਂ ਜੋ ਪ੍ਰਾਈਵੇਟ ਅਤੇ ਸਰਕਾਰੀ ਅਦਾਰੇ ਦੀ ਜਿਹੜੀ ਕੰਪੈਰੀਜ਼ਨ ਹੈ ਉਹ ਸਾਫ਼ ਤੌਰ ਤੇ ਸਾਡੇ ਸਾਹਮਣੇ ਆ ਸਕੇ? ਠੀਕ ਹੈ ਸਰ, ਪ੍ਰਾਈਵੇਟ ਤਾਂ ਇਦਾਂ, ਜੇ ਤੁਸੀਂ ਕਰੋ ਪ੍ਰਾਈਵੇਟ ਕੰਪਨੀਆਂ ਦੀ ਗੱਲਾਂ, ਉਹਨਾਂ ਦੇ ਆਪਣੇ ਸਾਰੇ ਪ੍ਰਾਈਵੇਟ ਕੰਪਨੀ, ਉਹਨਾਂ ਦੀ ਆਪਣੀ ਪਾਲਿਸੀ ਹਰ ਕੰਪਨੀ ਦੀ। जैसे कामधेनु है, टिमको है, टाटा स्टील है। नहीं, टाटा स्टील तो सर एक बहुत बड़ा ग्रुप है जी। उसकी पॉलिसी वेरी गुड, मतलब आप जी उसके लोग काम करने में इंटरेस्टेड है, मैं भी इंटरेस्टेड हूँ उसका काम करने में, मुझे काम मिले जी। उसकी पॉलिसी इज वेरी गुड, हर स्कीम वेरी गुड, मतलब माल की डिलीवरी अच्छी, कोई कमिटमेंट है तो वो भी पूरी करते हूँ। कल को माल को कोई रेट घट जाए, कुछ घट जाए, कंपनसेट, वो कंपनी कंपनसेट भी करती है जी। और नंबर 2, टाटा की हर पॉलिसी अच्छी है इनके लिए, मतलब इज वेरी गुड, बहुत अच्छी पॉलिसी है जी। टाटा का हर आदमी काम करना चाहेगा, चाहे नफा नुकसान जो मर्जी है, वो उसका काम करना ही चाहेगा। इज वेरी गुड कंपनी टाटा स्टील, हर पॉलिसी इज वेरी गुड।
जब सेल को इस पॉलिसी में आना ही पड़ेगा, स्टील अथॉरिटी ऑफ इंडिया को, सरकारी कंपनी को इसकी पॉलिसी में आएगी तो कामयाब होगी, नहीं होगी सर। एक दिन वो भी प्राइवेटाइजेशन हो जाएगी और प्राइवेट होने में जा भी रही है कुछ। उसका जैसे राष्ट्रीय इस्पात है, ये शायद प्राइवेटाइजेशन हो रही है, राष्ट्रीय इस्पात। हाँ, इसको तो हो ही रही है प्राइवेटाइजेशन। ये 2-3 कंपनी जो प्राइवेटाइजेशन होने पे आ रही है, जो सुनने में है कि कोई मित्तल है जो इनको परचेज करने पे लगा हुआ है, टेंडर वगैरह कॉल किए हुए हैं। हाँ जी, स्टील किंग आके जाते हैं। हाँ, वो लेने में इसको इंटरेस्टेड भी है। ऐसा से स्टील अथॉरिटी ऑफ इंडिया भी प्राइवेटाइजेशन पे आएगी, इसको करना ही पड़ेगा क्योंकि वहां पे काम ही नहीं है, आज भी लॉस में है, कोई बंदा काम करके खुश नहीं है जी। जिस तरह सुभाष गर्ग जी ने दस्सिया कि ਪ੍ਰਾਈਵੇਟਾਈਜੇਸ਼ਨ ਔਰ ਸਰਕਾਰੀ ਕੰਪਨੀਆਂ ਦੇ ਵਿੱਚ ਕਿਸ ਤਰੀਕੇ ਦਾ ਫਰਕ ਹੈ, ਕਿਉਂਕਿ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਆਪਣੀ ਸਟਰੋਂਗ ਪਾਲਿਸੀ ਦੇ ਤਹਿਤ ਆਪਣੇ ਡਿਸਟ੍ਰੀਬਿਊਟਰ ਨੂੰ ਜਾਂ ਆਪਣੇ ਕਸਟਮਰ ਨੂੰ ਜਿਹੜਾ ਹੈਗਾ ਉਹ ਸਹੀ ਤਰੀਕੇ ਨਾਲ ਡੀਲ ਕਰਦੀਆਂ ਨੇ ਬਜਾਏ ਹਨੇਰੇ ਦੇ ਵਿੱਚ ਰੱਖਣ ਦੇ। ਕਿਉਂਕਿ ਉਹਨਾਂ ਨੇ ਗੱਲ ਕੀਤੀ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ ਦੀ, ਜਿਸ ਦੇ ਰਾਹੀਂ ਡਿਸਟ੍ਰੀਬਿਊਟਰ ਬਣਾਉਂਦੇ ਹੋਏ ਉਹਨਾਂ ਦੇ ਨਾਲ ਫਰਾਡ ਵੀ ਕੀਤਾ ਗਿਆ। ਲੇਕਿਨ ਅਗਰ ਗੱਲ ਸੁਭਾਸ਼ ਜੀ ਆਪਾਂ ਦੂਜੀ ਪ੍ਰਾਈਵੇਟ ਸੈਕਟਰ ਜਿਵੇਂ ਸਟੀਲ ਦੀ ਕੰਪਨੀ 'ਚ ਜਿਹੜਾ ਮਸ਼ਹੂਰ ਸੀ, ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਸੀ ਗੋਬਿੰਦਗੜ੍ਹ, ਉੱਥੇ ਕਈ ਕੰਪਨੀਆਂ ਸੀ, ਹੋਰ ਦੇਸ਼ ਦੇ ਬਾਕੀ ਹਿੱਸਿਆਂ 'ਚ ਦੂਜੀਆਂ ਕੰਪਨੀਆਂ ਨੇ। ਤਾਂ ਅੱਜ ਗੋਬਿੰਦਗੜ੍ਹ ਦੀ ਇੰਡਸਟਰੀ ਨੂੰ ਕਹਿੰਦੇ ਨੇ ਵੀ ਮਾਰ ਪਈ ਹੋਈ ਹੈ, ਮਾਲ ਹੀ ਨਹੀਂ ਬਣ ਰਿਹਾ, ਵੀ ਉਹਦਾ ਮਾਲ ਵਿਕ ਨਹੀਂ ਰਿਹਾ। ਇਹਨਾਂ ਗੱਲਾਂ 'ਚ ਕਿੰਨੀ ਕੁ ਸੱਚਾਈ ਹੈ ਤੇ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? सब माल बन रहे होते, ऐसी कितनी बंद हुई हैं, कुछ फैक्ट्रियां बंद हो गई, कुछ चल रही हैं, कुछ लोन दे हमारे बंद हुई हैं, कुछ बिजली के वास्ते बंद हुई है जी, कोई लोगों के पैसे मर गए होते, कुछ बिजली रेट तेज हो गई जी, इस करके वो मतलब इतना नहीं है कि मर गए बिल्कुल भी, रायपुर च लगी हैं, झारखंड दे विच हुण इंडस्ट्री ਜਿਹੜੀ ਪ੍ਰਾਈਵੇਟੇਸ਼ਨ अलग-अलग चली गई स्टील दी जी, जिद्दां झारखंड है, हरिद्वार है, उत्थे चली गई, ऋषिकेश चली गई है जी, कालेआम चली गई है, बद्दी चली गई जी, बहुत इंडस्ट्रियां इसमें ट्रांसफर हो गई है जी। मतलब लोहा स्टील उन्हें बिक रहा जितना पहले बिकता सीगा, ਉਹ 'ਚ ਕੋਈ ਘਾਟ ਨਹੀਂ ਹੈ ਕਿ ਉਹ ਬਿਕ ਰਿਹਾ। ट्रांसफर ਹੋਣ ਦਾ ਕੀ ਮੁੱਖ ਕਾਰਨ ਸਮਝਦੇ ਹੋ? ਬਿਜਲੀ ਦਾ ਮਹਿੰਗੇ ਮਿਲਣਾ ਹੈ ਜਾਂ ਹੋਰ ਦੂਸਰੀਆਂ ਸੁਵਿਧਾਵਾਂ ਹੈਗੀਆਂ? ਸਰ ਪਹਿਲੇ ਕੀ ਸੀ, ਪੰਜਾਬ ਦੇ ਵਿੱਚ ਬਿਜਲੀ ਵੀ ਬਹੁਤ ਮਹਿੰਗੀ ਸੀਗੀ और ਗਵਰਨਮੈਂਟ ਬਹੁਤ ਤੰਗ ਕਰਦੀ ਸੀ ਉੱਥੇ ਦੀ ਜੀ। मतलब स्टील अथॉरिटी और ਇਹਨਾਂ ਨੂੰ ਲੋਕਲ ਜਿਹੜੇ ਬੰਦੇ ਨੇ ਉਹਦੇ ਮੈਨੂਫੈਕਚਰਰਸ ਹੈ ਉਹਨਾਂ ਨੂੰ ਬਹੁਤ ਤੰਗ ਕੀਤਾ ਇਹਨਾਂ ਨੇ, ਤਾਂ ਉਹ ਐਸਾ ਟ੍ਰਾਂਸਫਰ ਹੋ ਗਿਆ ਜੀ। ਉੱਥੇ ਬਿਜਲੀ ਬਹੁਤ ਸਸਤੀ ਹੈ ਥੋੜੀ ਝਾਰਖੰਡ ਦੇ ਵਿੱਚ, ਔਰ ਹਿਮਾਚਲ ਵੀ ਸਸਤੀ ਹੈ ਜੀ ਬਿਜਲੀ। ਇਸ ਕਰਕੇ ਤੁਹਾਨੂੰ ਐਗਜ਼ਾਮਪਲ ਦਿੰਦਾ ਮੈਂ, ਜੰਮੂ ਕਟਵਾ ਦੇ ਵਿੱਚ ਪਹਿਲੇ ਬਿਜਲੀ ਫਰੀ ਸੀਗੀ ਅੱਜ ਤੋਂ 5-6 ਸਾਲ ਪਹਿਲੇ, ਉੱਥੇ ਹਾਂ ਇੰਡਸਟਰੀ ਵਾਸਤੇ। ਉੱਥੇ ਕਟਵਾ 'ਚ ਬਹੁਤ ਫਰਨਸ ਲੱਗੀਆਂ ਗੋਬਿੰਦਗੜ੍ਹ ਤੋਂ ਜਾ ਕੇ, ਬੇਸ਼ੁਮਾਰ ਫੈਕਟਰੀਆਂ ਲੱਗੀਆਂ ਜੀ ਉੱਥੇ, ਇੰਨੀ ਫੈਕਟਰੀਆਂ ਲੱਗੀਆਂ ਬਹੁਤ ਜ਼ਿਆਦਾ। ਉਹ ਫਿਰ ਦੂਜੀ ਆਪੋਜੀਸ਼ਨ ਪਾਰਟੀ ਨੇ ਚੱਲਣ ਦਿੱਤੀਆਂ, ਜਿਹੜੀ ਜੰਮੂ ਦੀ ਪਾਰਟੀ ਸੀ ਉਹਨੇ ਚੱਲਣ ਦਿੱਤੀ, ਉਹ ਗਵਰਨਮੈਂਟ ਨੇ ਚੱਲਣ ਦਿੱਤੀ, ਉਹ ਸਾਰੀ ਬੰਦ ਹੋ ਕੇ ਆ ਗਈਆਂ, ਤਾਂ ਉਸ ਤੋਂ ਬਾਅਦ ਉਹ ਚੱਲੀਆਂ ਨਹੀਂ। ਹੁਣ ਉਮੀਦ ਹੈ ਕਿ ਚੱਲਣਗੇ ਦੁਬਾਰਾ। ਇਹਨਾਂ ਫੈਕਟਰੀਆਂ ਦੇ ਬੰਦ ਹੋਣ ਦੇ ਕਾਰਨ, ਜਿਵੇਂ ਤੁਸੀਂ ਕਠੂਆ ਦੀ ਗੱਲ ਕੀਤੀ, ਜਾਂ ਨਾ ਚੱਲਣ ਦਾ ਕਾਰਨ ਕਿਤੇ ਨਾ ਕਿਤੇ ਧਾਰਾ 370 ਦਾ ਆਣਾ ਵੀ ਹੈਗਾ। ਤੇ ਤਾਂ ਬਹੁਤ ਫਰਕ ਹੈ ਜੀ, ਬੇਸ਼ੁਮਾਰ ਫਰਕ ਹੈ 370 ਧਾਰਾ ਦਾ। ਕਿਸ ਲਿਹਾਜ਼ ਨਾਲ ਫਰਕ ਪੈ ਗਿਆ? ਸਭ ਫਰਕ ਇਹ ਪੈ ਗਿਆ ਕਿ ਹੁਣ ਉੱਥੇ ਉਗਰਵਾਦ ਖਤਮ ਹੋ ਗਿਆ ਜੰਮੂ ਦੇ ਵਿੱਚ। ਪਹਿਲੇ ਰਾਤ ਨੂੰ ਤੁਸੀਂ ਇਹ ਨਹੀਂ ਪਤਾ ਘਰ ਪਹੁੰਚਣਾ ਨਹੀਂ ਪਹੁੰਚਣਾ। ਮੇਰੇ ਦੋਸਤ ਉੱਥੇ ਫੈਕਟਰੀ ਲਾਈ ਸੀ, ਉਹ 15 ਦਿਨ ਬਾਅਦ ਬੰਦ ਕਰਕੇ ਆ ਗਿਆ, ਜਦੋਂ ਧਮਕੀਆਂ ਨਹੀਂ ਸ਼ੁਰੂ ਹੋਈਆਂ ਇਹਨੂੰ ਬੰਦ ਕਰ, ਉਹਨੇ ਬੰਦ ਕਰਤੀ ਜੀ। ਉਹਨੂੰ ਅਰਬਾਂ ਕਰੋੜਾਂ ਰੁਪਏ ਨੁਕਸਾਨ ਹੋ ਗਿਆ ਉਹਨੂੰ ਬੰਦੇ ਨੂੰ, ਤਾਂ ਹੁਣ ਫਿਰ ਦੁਬਾਰਾ ਸ਼ੁਰੂ ਕਰ ਰਿਹਾ, ਹੁਣ ਚਲਾਏਗਾ ਦੁਬਾਰਾ ਕਟਵਾ ਦੇ ਵਿੱਚ। ਇਸ ਕਰਕੇ ਬੜੀ ਪ੍ਰੋਬਲਮ ਸੀ ਉੱਥੇ ਜੀ, ਔਰ ਅੱਜ ਵੀ ਪ੍ਰੋਬਲਮ ਹੈ। ਜੇ ਗਵਰਨਮੈਂਟ ਤੇ ਸੁੱਤਾ ਨਾ ਤਾਂ ਤੁਹਾਡੀ ਚੱਲਦੀ ਨਹੀਂ ਸੀ, ਕੁਝ ਵੀ ਹੋਣਾ ਸੀਗਾ ਉੱਥੇ, ਤਾਂ ਇਹ ਪ੍ਰੋਬਲਮ ਸੀ। ਤਾਂ ਹੁਣ ਕਿਸ ਤਰੀਕੇ ਨਾਲ ਤੁਹਾਡਾ ਨਜ਼ਰੀਆ ਵੀ ਪ੍ਰਾਈਵੇਟਾਈਜੇਸ਼ਨ ਦਾ ਹੀ ਜ਼ਿਆਦਾ ਫਾਇਦਾ ਹੈ ਜਾਂ ਸਰਕਾਰੀ ਕੰਪਨੀਆਂ ਦਾ ਹੀ ਜ਼ਿਆਦਾ? ਸਰ ਪ੍ਰਾਈਵੇਟੇਸ਼ਨ ਦਾ ਫਾਇਦਾ ਤਾਂ ਹੈ ਜੇ ਗਵਰਨਮੈਂਟ ਰੇਟ ਕੰਟਰੋਲ ਕਰਕੇ ਰੱਖੇ, ਤਾਂ ਪ੍ਰਾਈਵੇਟੇਸ਼ਨ ਦਾ ਬਹੁਤ ਜ਼ਿਆਦਾ ਫਾਇਦਾ ਹੈ। ਜੇ ਰੇਟ ਕੰਟਰੋਲ ਨਹੀਂ ਕਰਦੀ ਤਾਂ ਉਹ ਗਲਤ ਹੈ। ਪ੍ਰਾਈਵੇਟੇਸ਼ਨ ਦਾ ਫਾਇਦਾ ਹੈ, ਉਹ ਤਾਂ ਹੀ ਫਾਇਦਾ ਹੈ ਕਿ ਜੇ ਰੇਟ ਕੰਟਰੋਲ ਤੇ ਰੱਖੇ, ਜਿੱਦਾਂ ਅੱਜ ਬਿਜਲੀ ਹੈ ਚੰਡੀਗੜ੍ਹ ਵੀ ਕੰਟਰੋਲ ਹੈ, ਸਭ ਕੁਝ ਕੰਟਰੋਲ ਰੇਟ ਤੇ ਰਹੇ, ਤਾਂ ਕੋਈ ਦਿੱਕਤ ਨਹੀਂ, ਇਜ਼ ਵੈਰੀ ਗੁੱਡ। ਜੀ ਬਹਰਹਾਲ ਪ੍ਰਾਈਵੇਟਾਈਜੇਸ਼ਨ ਦੇ ਮੁੱਦੇ ਦੇ ਉੱਤੇ ਰੌਸ਼ਨੀ ਪਾਉਂਦੇ ਹੋਏ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਸਮਾਜ ਸੇਵੀ ਅਤੇ ਇੱਕ ਸਟੀਲ ਵਪਾਰੀ ਸੁਭਾਸ਼ ਗਰਗ ਜੀ। ਜੀ ਸੁਭਾਸ਼ ਜੀ, ਜਿਸ ਤਰ੍ਹਾਂ ਪ੍ਰਾਈਵੇਟਾਈਜੇਸ਼ਨ ਔਰ ਸਰਕਾਰੀ ਅਦਾਰਿਆਂ ਦੀ ਤੁਸੀਂ ਗੱਲਾਂ ਕਰ ਰਹੇ ਹੋ, ਤੇ ਕੀ ਲੱਗਦਾ ਵੀ ਪ੍ਰਾਈਵੇਟਾਈਜੇਸ਼ਨ ਦਾ ਕਿਸ ਤਰੀਕੇ ਨਾਲ ਲੋਕਾਂ ਤੱਕ ਫਾਇਦਾ ਪੁੱਜ ਸਕਦਾ ਹੈ? ਇਹਦੇ ਉੱਤੇ ਥੋੜਾ ਜਿਹਾ ਚਾਨਣਾ ਪਾਓ। ਸਰ ਪ੍ਰਾਈਵੇਟੇਸ਼ਨ ਵੈਰੀ ਗੁੱਡ ਹੈ, ਬਹੁਤ ਅੱਛੀ ਚੀਜ਼ ਹੈ। ਹਾਂਜੀ ਬਹੁਤ ਵਧੀਆ ਚੱਲਦਾ ਪ੍ਰਾਈਵੇਟੇਸ਼ਨ, ਕੋਈ ਪ੍ਰੋਬਲਮ ਥੋੜੀ ਨਾ ਇਹਦੇ ਵਿੱਚ, ਪਰ ਗਵਰਨਮੈਂਟ ਪਾਲਿਸੀ ਆਪਣੇ ਕੋਲ ਰੱਖੇ ਤਾਂ ਅੱਛਾ ਹੈ, ਨਹੀਂ ਤਾਂ ਫਿਰ ਪ੍ਰਾਈਵੇਟ ਆਪਣੀ ਮਰਜ਼ੀ ਨਾਲ ਕਰਦਾ ਜੀ। ਜੀ ਏਅਰ ਇੰਡੀਆ ਤਾਂ ਜੋ ਹਾਂਜੀ ਹਾਂ
에ਅਰ ਇੰਡੀਆ ਦਾ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? ਸਰ ਇਹ ਇੰਡੀਆ ਦਾ ਦੇਖੋ, ਇਹ ਇੰਡੀਆ ਦੇ ਵਿੱਚ ਕੀ ਹੈ, ਹਰ EMPLOYEES ਨੂੰ, ਹਰ ਪਾਇਲਟ ਨੂੰ ਜਿੰਨਾ ਵੀ ਸਭ ਪੂਰਾ ਪੈਸਾ ਮਿਲਦਾ ਹੈ, ਹਰ ਚੀਜ਼ ਮਿਲੀ ਉਹਨਾਂ ਨੂੰ ਜੀ, ਸਭ ਕੁਝ ਮਿਲਦਾ ਰਿਹਾ। ਤਾਂ ਅੱਜ ਉਹ ਪ੍ਰਾਈਵੇਟ ਕਿਉਂ ਕਰਨੀ ਪਈ ਉਹਨਾਂ ਨੂੰ, ਕੀ ਲਾਸ ਦੇ ਵਿੱਚ ਸੀਗੀ? और टाटा ने खरीदी है, हर किसी एम्प्लॉइज ने, किसी ने कुछ भी, कोई स्ट्राइक कुछ नहीं किया और चुप करके टाटा चले गए। तो इसका क्या प्राइवेटाइजेशन भी बहुत जरूरी है। और ये देख लेना तुम थोड़े दिनों बाद ही एयर इंडिया जी प्रॉफिट दे विच आ जाएगी, क्योंकि अपना जरा भी एम्प्लॉइज है वो काम ही नहीं करता, ना करके खुश है जी गवर्नमेंट का। ये प्राइवेटाइजेशन करना ही बेटर है। जो प्राइवेट कितना है हूँ देखना तुम प्रॉफिट तो नहीं आना है, 100% आएगी। और टाटा किसी भी कंपनी ला लो कोई भी, वो प्रॉफिट ले आएगा। आज एयर इंडिया ਨੂੰ ਲੈ ਕੇ ਆਇਆ ਤਾਂ प्रॉफिट आएगी, क्योंकि पहले भी टाटा कोल सीगी है। बिल्कुल हाँ जी, पहले भी टाटा कोल सी, आज भी टाटा कोल चली गई वापस, ਉਹਨੇ ਆਪਣੀ ਚੀਜ਼ ਵਾਪਸ ਲੈ ਲਈ, ਇਹੀ ਫਰਕ ਹੈ, ਕੋਈ ਫਰਕ ਨਹੀਂ ਹੈ। ਬਿਲਕੁਲ। ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਪਾਸਪੋਰਟ ਸਰਵਿਸ ਦਾ ਜਿਹੜਾ ਟੈਂਡਰ ਵੀ ਹੈ, ਪਹਿਲਾਂ ਸਰਕਾਰੀ ਪਾਸਪੋਰਟ ਦਫ਼ਤਰਾਂ 'ਚ ਲੋਕਾਂ ਨੂੰ ਭਟਕਣਾ ਪੈਂਦਾ ਸੀਗਾ, ਅੱਜ ਦੀ ਡੇਟ 'ਚ ਉਹ ਟੈਂਡਰ ਵੀ ਜਿਹੜਾ ਪ੍ਰਾਈਵੇਟ ਹੋ ਚੁੱਕਿਆ, ਉਸ ਤੇ ਵੀ ਟਾਟਾ ਹੀ ਕੰਮ ਕਰ ਰਿਹਾ ਹੈ। ਸਰ ਪਹਿਲੇ 6 ਮਹੀਨੇ ਕੇ 7 ਸਾਲ ਪਾਸਪੋਰਟ ਨਹੀਂ ਬਣਦੇ ਸੀਗੇ, ਹੁਣ ਤਾਂ ਤੁਹਾਡੇ ਕੋਲ ਹੁਣ ਟਾਟਾ ਕੰਮ ਕਰ ਰਿਹਾ ਕਿ ਨਾ ਤੁਹਾਡਾ ਪਾਸਪੋਰਟ ਦਾ, ਤੇ ਵੈਰੀ ਗੁੱਡ ਸਰਵਿਸ ਹੈ ਜੀ। ਅੱਧਾ ਘੰਟਾ ਉੱਥੇ ਲੱਗਦਾ, ਤੁਹਾਨੂੰ ਜਦੋਂ ਕਾਲ ਆ ਜਾਂਦੀ ਹੈ, ਤੁਹਾਨੂੰ ਫੋਨ ਤੇ ਮੈਸੇਜ ਆ ਜਾਏਗਾ ਵੀ ਤੁਹਾਡਾ ਨੰਬਰ ਆ ਗਿਆ, ਆ ਜਾਓ, ਤਾਂ 15-20 ਮਿੰਟ ਪਾਸਪੋਰਟ ਬਣ ਕੇ ਬਾਹਰ ਆ ਜਾਂਦਾ ਜੀ, ਕੋਈ ਦਿੱਕਤ ਹੀ ਨਹੀਂ ਹੈ। ਇਟਸ ਵੈਰੀ ਗੁੱਡ, ਬਹੁਤ ਅੱਛਾ ਚੱਲ ਰਿਹਾ। ਤਾਂ ਇਹ ਟਾਟਾ ਨੂੰ ਜਿਹੜੀ ਵੀ ਕੰਪਨੀ ਖਰੀਦੇਗਾ, ਜਿਹੜੇ ਵੀ ਕੰਮ ਕਰੇਗਾ, ਇਹਦਾ ਵੈਰੀ ਗੁੱਡ ਮੈਨੇਜਮੈਂਟ, ਇਹਦੀ ਮੈਨੇਜਮੈਂਟ ਹੀ ਬਹੁਤ ਅੱਛੀ ਹੈ ਜੀ। ਯਾਨੀ ਕਿ ਪ੍ਰਾਈਵੇਟ ਕੰਪਨੀ ਹੋਵੇ ਜਾਂ ਸਰਕਾਰੀ ਅਦਾਰਾ ਹੋਵੇ, ਦੋਨਾਂ ਨੂੰ ਸਕਸੈਸ ਕਰਨ ਦੇ ਲਈ ਮੈਨੇਜਮੈਂਟ ਬਹੁਤ ਜ਼ਰੂਰੀ ਹੈ। ਬਹੁਤ ਤਕੜੀ ਮੈਨੇਜਮੈਂਟ ਚਾਹੀਦੀ, ਬਹੁਤ ਜ਼ਰੂਰੀ ਹੈ। ਔਰ ਜਿਹੜਾ ਬੌਸ ਹੈ ਉਹ ਬੜਾ ਜ਼ਰੂਰੀ ਚਾਹੀਦਾ। ਅੱਛਾ ਜੀ, ਜੇ ਬੌਸ ਹੀ बेकार है, मैनेजमेंट कुछ भी नहीं करती, काम होएगा ही, चलेगा ही नहीं जी, चाहे गवर्नमेंट है चाहे प्राइवेट से, कुछ भी है ਜੀ। ਬਹਰਹਾਲ ਦੋਸਤੋ, ਅਗਰ ਗੱਲ ਸਟੀਲ ਵਪਾਰ ਦੇ ਨਾਲ ਜੁੜੇ ਤੇ ਸਮਾਜ ਸੇਵੀ ਸੁਭਾਸ਼ ਗਰਗ ਜੀ ਦੀ ਕੀਤੀ ਜਾਵੇ, ਉਹਨਾਂ ਦੀ ਨਜ਼ਰਾਂ ਦੇ ਵਿੱਚ ਜਿਹੜਾ ਹੈਗਾ ਉਹ ਪ੍ਰਾਈਵੇਟਾਈਜੇਸ਼ਨ ਜਿਹੜਾ ਹੈਗਾ ਉਹ ਬਿਹਤਰ ਵਿਕਲਪ ਹੈ ਲੋਕਾਂ ਦੇ ਲਈ, ਲੇਕਿਨ ਬਸ਼ਰਤੇ ਸਰਕਾਰ ਦਾ ਉਸ ਨਾਲ ਕੰਪਨੀਆਂ ਦੇ ਉੱਤੇ ਕੰਟਰੋਲ ਹੋਵੇ, ਸਰਕਾਰ ਦੀ ਅਜਿਹੀ ਪਾਲਿਸੀ ਹੋਵੇ ਤਾਂ ਕਿ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਆਮ ਬੰਦੇ ਦੀ ਜੇਬ ਦੇ ਉੱਤੇ ਕਿਸੇ ਤਰੀਕੇ ਦਾ ਡਾਕਾ ਨਾ ਪਾ ਸਕਣ। ਇਸ ਦੇ ਚੱਲਦੇ ਜਿਹੜਾ ਹੈਗਾ ਉਹ ਪ੍ਰਾਈਵੇਟਾਈਜੇਸ਼ਨ ਕਿਤੇ ਨਾ ਕਿਤੇ ਸਮਾਜ ਦੇ ਲਈ ਵੀ ਬਿਹਤਰ ਹੈ, ਸਰਕਾਰ ਦੇ ਲਈ ਵੀ ਬਿਹਤਰ ਹੈ ਅਤੇ ਘਾਟੇ ਵਿੱਚ ਚੱਲਣ ਵਾਲੇ ਵਿਭਾਗਾਂ ਦੇ ਲਈ ਵੀ ਬਹੁਤ ਬਿਹਤਰ ਹੈ। ਇਹ ਆਖਣਾ ਸੀਗਾ ਵਪਾਰੀ ਅਤੇ ਸਮਾਜ ਸੇਵੀ ਸੁਭਾਸ਼ ਗਰਗ ਜੀ ਦਾ। ਸੁਭਾਸ਼ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਸਾਡੇ ਦਰਸ਼ਕਾਂ ਦੇ ਨਾਲ ਰੂਬਰੂ ਹੋਏ, ਇਸ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਸੰਵਾਦ ਦਾ ਇਹ ਸਫ਼ਰ ਅੱਜ ਇੱਥੇ ਹੀ ਖਤਮ ਹੁੰਦਾ ਹੈ। ਅਗਲੀ ਵਾਰ ਸੰਵਾਦ ਦੇ ਤਹਿਤ ਕਿਸੇ ਹੋਰ ਸ਼ਖਸੀਅਤ ਦੇ ਨਾਲ ਅਸੀਂ ਫੇਰ ਹਾਜ਼ਰ ਹੋਵਾਂਗੇ ਅਤੇ ਨਵੇਂ ਮੁੱਦੇ ਤੇ ਕਰਾਂਗੇ ਚਰਚਾ। ਬਹਰਹਾਲ ਹੁਣ ਮੈਨੂੰ ਦਿਓ ਇਜਾਜ਼ਤ, ਫਿਰ ਹੋਵੇਗੀ ਤੁਹਾਡੇ ਨਾਲ ਮੁਲਾਕਾਤ। ਲੇਕਿਨ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਧੰਨਵਾਦ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।